सतनाम वाहिगुरु साहिब जीओ। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराहे तेहा हों करी बख्यान। जिसकी ओट तिसै की आसा, दुख सुख हमरा तिस ही पासा। राख लीनो सब जन का पड़दा, नानक तिसकी उस्तत करदा। ज्यों बुलावे त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। गुरु दा खास रूप साध संगत जीओ। खालसा मेरो रूप है खास, खालसे मैं हूँ करो निवास। खालसा मेरो मुख है अंगा, खालसे के हों सद सद संगा। सो सारिਆਂ ਨੂੰ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਫਤਿਹ ਬੁਲਾਈਏ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਬੜੇ ਵੱਡੇ ਭਾਗ ਨੇ ਕਿ ਅਕਾਲ ਚੈਨਲ ਦੇ ਰਾਹੀਂ ਸੰਗਤਾਂ ਯੂਕੇ, ਯੂਰਪ, ਸੰਸਾਰ ਭਰ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਹਨ। ਆਪ ਜੀ ਦੀਦਾਰ ਕਰ ਰਹੇ ਹੋ ਤੇ ਗੁਰੂ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪਾਂ ਸਾਰੇ ਸੀਸ ਝੁਕਾਈਏ ਤੇ ਗੁਰੂ ਸਾਹਿਬ ਜੀ ਨੂੰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫੱਗਣ ਦਾ ਮਹੀਨਾ ਪ੍ਰਵੇਸ਼ ਕੀਤਾ ਹੈ ਅਤੇ ਦੇਸੀ ਮਹੀਨਿਆਂ ਦੇ ਵਿੱਚੋਂ ਇਹ ਸਭ ਤੋਂ ਅਖੀਰਲਾ ਮਹੀਨਾ ਹੈ, ਕਿਉਂਕਿ ਸ਼ੁਰੂਆਤ ਹੈ ਚੇਤ ਤੋਂ। ਪਹਿਲਾ ਮਹੀਨਾ ਗੁਰਬਾਣੀ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਚੇਤ ਤੋਂ ਸ਼ੁਰੂ ਕੀਤਾ ਗਿਆ। ਚੇਤ ਗੋਬਿੰਦ ਆਰਾਧੀਐ, ਹੋਵੈ ਆਨੰਦ ਕਨਾ। ਫਿਰ ਚੇਤ ਤੋਂ ਬਾਅਦ ਵਿੱਚ ਵਿਸਾਖ, ਫਿਰ ਜੇਠ, ਫਿਰ ਹਾੜ, ਫਿਰ ਸਾਉਣ, ਫਿਰ ਭਾਦਰੋਂ। ਇਸ ਤਰ੍ਹਾਂ ਕਰਦੇ ਹੋਏ 12ਵਾਂ ਮਹੀਨਾ ਜੋ ਹੈ ਉਹ ਫੱਗਣ ਦਾ ਮਹੀਨਾ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੀਏ, ਦੀਦਾਰ ਕਰੀਏ ਜੀ। ਪਹਿਲਾਂ ਤਾਂ ਆਪ ਜੀ ਨੇ ਮਹਾਰਾਜ ਨੂੰ ਫਤਿਹ ਬੁਲਾਈ ਹੈ ਨਾ, ਆਪਣਾ ਸੀਸ ਝੁਕਾਇਆ ਤੇ ਆਓ ਸੰਗਤਾਂ ਦੀ ਭਾਵਨਾ ਹੁੰਦੀ ਹੈ ਵੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰ ਮਾਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾਰ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਉਹ ਵੇਲਾ ਧਨ ਹੈ, ਉਹ ਵੇਲਾ ਸਫਲਿਆ ਹੈ ਜਦੋਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਾਂ। ਤੇ ਸੰਗਤਾਂ ਬੜੀਆਂ ਪਿਆਰ ਵਾਲੀਆਂ ਨੇ। ਜਿੱਥੇ ਜਿੱਥੇ ਵੀ ਸੰਗਤਾਂ ਇਸ ਵੇਲੇ ਅਕਾਲ ਚੈਨਲ ਵੇਖ ਰਹੀਆਂ ਨੇ,
ਉਹ ਬੜੇ ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉੱਥੇ ਬੈਠੇ ਹੋਏ ਹੀ ਨਮਸਕਾਰ ਪ੍ਰਣਾਮ ਕਰਦੇ ਹਨ। ਆਓ ਜੀ ਗੁਰੂ ਦੀ ਬਖਸ਼ਿਸ਼ ਲਈਏ, ਗੁਰੂ ਦੀ ਰਹਿਮਤ ਲਈਏ ਗੁਰਬਾਣੀ ਦੇ ਰਾਹੀਂ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ। ਇਸ਼ ਪੁੰਨੀ ਵੱਡ ਭਾਗਨੀ, ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਆਲਾਏ। ਹਰ ਜੇਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਨ ਜਾਏ। ਸੰਸਾਰ ਸਾਗਰ ਤੇ ਰੱਖੀਅਨ, ਬਹੁੜ ਨਾ ਜਨਮੈ ਤਹਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਸਰਬ ਸੁਖਾ ਨਿਧ ਚਰਨ ਹਰ, ਭਉ ਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਈਆਂ, ਵਿਖਿਆ ਨਾਹੀਂ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਤਰਹਿ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿੰਨਾਂ ਦੀ ਰਾਗ ਮਾਝ ਦੇ ਵਿੱਚ ਉਚਾਰਨ ਕੀਤੀ ਹੋਈ ਇਹ ਪਾਵਨ ਪਵਿੱਤਰ ਬਾਣੀ, ਜਿਸ ਬਾਣੀ ਦਾ ਨਾਮ, ਜਿਸ ਬਾਣੀ ਦਾ ਸਿਰਲੇਖ ਹੈ 12 ਮਾਹਾਂ। ਮਾਂਝ ਮਹੱਲਾ ਪੰਜਵਾਂ, 12 ਮਾਹਾਂ ਇਹ ਬਾਣੀ ਦਾ ਸਿਰਲੇਖ ਹੈ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 133 ਤੋਂ ਇਸ ਬਾਣੀ ਦੀ ਆਰੰਭਤਾ ਹੈ ਅਤੇ 136 ਪੰਨੇ ਤੇ ਇਸ ਬਾਣੀ ਦੀ ਸੰਪੂਰਨਤਾ ਹੈ। ਇਸ ਬਾਣੀ ਦੇ ਵਿੱਚ ਕੁੱਲ ਸ਼ਬਦ ਕਹਿ ਲਈਏ, ਕੁੱਲ ਅੰਕ ਕਹਿ ਲਈਏ, ਕੁੱਲ ਪੌੜੀਆਂ ਕਹਿ ਲਈਏ, ਉਹ 14 ਨੇ। ਮਹੀਨੇ 12 ਨੇ, ਪਰ ਇਸ ਦੇ ਵਿੱਚ ਸ਼ਬਦ 14 ਨੇ, ਕਿਉਂਕਿ ਇੱਕ ਪਹਿਲਾ ਸ਼ਬਦ ਜਿਹੜਾ ਹੈ, ਜਿਹੜੀ ਸ਼ੁਰੂਆਤ ਹੈ
किरत कर्म के विछड़े, कर कृपा मेलो राम। चार कुंट दैदस भरमे, थक आए प्रभ की साम। धेन दुधै ते बाहरी, कितै न आवे काम। जल बिन साक मिलावती, उपजै नाहि दाम। हर नाह न मिलिया साजना, कत पाइया विश्राम। ਇਹ ਸ਼ਬਦ ਪਹਿਲਾ ਸ਼ਬਦ ਹੈ। ਇਸ ਤੋਂ ਅੱਗੇ ਫਿਰ ਸਤਿਗੁਰੂ ਸਾਹਿਬ ਜੀ ਨੇ ਪਹਿਲਾ ਮਹੀਨਾ ਉਚਾਰਨ ਕੀਤਾ ਹੈ। ਦੇਸੀ ਮਹੀਨਿਆਂ ਦੇ ਵਿੱਚ ਪਹਿਲਾ ਮਹੀਨਾ ਚੇਤ ਦਾ ਮਹੀਨਾ, ਜਿਸ ਨੂੰ ਅਸੀਂ ਚੇਤਰ ਵੀ ਕਹਿ ਦਿੰਦੇ ਹਾਂ, ਪਰ ਗੁਰਬਾਣੀ ਦੇ ਵਿੱਚ ਇਸ ਮਹੀਨੇ ਦਾ ਨਾਮ ਆਇਆ ਹੈ ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਕਨ੍ਹਾ। ਹੁਣ ਪਹਿਲਾ ਮਹੀਨਾ ਅਤੇ ਅਖੀਰਲਾ ਮਹੀਨਾ, ਇਸ ਦੇ ਵੱਲ ਥੋੜ੍ਹਾ ਜਿਹਾ ਆਪਾਂ ਧਿਆਨ ਦੇਣਾ, ਕਿਉਂਕਿ ਫੱਗਣ ਦੇ ਮਹੀਨੇ ਦੀ ਵਿਆਖਿਆ ਉਨਾ ਚਿਰ ਪੂਰਨ ਨਹੀਂ ਹੋ ਸਕਣੀ ਜਿੰਨਾ ਚਿਰ ਅਸੀਂ ਪਹਿਲੇ ਮਹੀਨੇ ਦੀ ਵਿਆਖਿਆ ਨਹੀਂ ਕਰਾਂਗੇ, ਜਿੰਨਾ ਚਿਰ ਅਸੀਂ ਪਹਿਲੇ ਮਹੀਨੇ ਦਾ ਸਤਿਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਉਪਦੇਸ਼ ਇਸ ਨੂੰ ਸਮਝਾਂਗੇ ਨਹੀਂ, ਇਸ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਵਾਂਗੇ। ਇਸ ਕਰਕੇ ਪਹਿਲੇ ਮਹੀਨੇ ਦੇ ਵਿੱਚ ਜੋ ਸਤਿਗੁਰੂ ਸਾਹਿਬ ਜੀ ਨੇ ਵਿਚਾਰ ਦਿੱਤੇ ਅਤੇ ਅਖੀਰਲੇ ਮਹੀਨੇ ਦੇ ਵਿੱਚ ਜੋ ਸਤਿਗੁਰੂ ਜੀ ਨੇ ਵਿਚਾਰ ਦਿੱਤੇ, ਇਹਨਾਂ ਦੀ ਆਪਾਂ ਗੁਰੂ ਦੀ ਬਖਸ਼ਿਸ਼ ਰਾਹੀਂ, ਗੁਰਬਾਣੀ ਦੇ ਰਾਹੀਂ ਅਸੀਸ ਪ੍ਰਾਪਤ ਕਰਾਂਗੇ। ਸਤਿਗੁਰੂ ਜੀ ਪਹਿਲਾਂ ਤੇ ਮਹੀਨੇ ਦਾ ਨਾਮ ਹੀ ਰੱਖ ਰਹੇ ਨੇ ਚੇਤ। ਚੇਤ ਤੋਂ ਕੀ ਭਾਵ ਹੈ? ਚੇਤੇ ਕਰਨਾ, ਯਾਦ ਕਰਨਾ, ਤੇ ਉਸ ਮਾਲਕ ਵਾਹਿਗੁਰੂ ਨੂੰ ਚੇਤੇ ਕਰਨਾ, ਉਸ ਦਾ ਜਪ ਕਰਨਾ, ਉਸ ਨੂੰ ਆਪਣੀ ਸੁਰਤ ਦੇ ਵਿੱਚ ਉਸ ਦਾ ਸਿਮਰਨ ਕਰਨਾ। ਇਹ ਸਾਧ ਸੰਗਤ ਇੰਝ ਕਹਿ ਲਈਏ। ਤੇ ਸਤਿਗੁਰੂ ਸਾਹਿਬ ਜੀ ਨੇ ਪਹਿਲੇ ਮਹੀਨੇ ਦੇ ਵਿੱਚ ਗੱਲ ਕੀਤੀ ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਘਣਾ। ਵੀ ਜੇਕਰ ਅਸੀਂ ਭਾਈ ਇਸ ਮਹੀਨੇ ਨੂੰ, ਇਸ ਸਰੀਰ ਨੂੰ ਆਪਣਾ ਮਹੀਨਾ ਬਣਾ ਲਈਏ, ਵੀ ਆਹ ਜਿਹੜੀ ਸਾਡੀ ਬਾਡੀ ਹੈ, ਜਿਹੜਾ ਸਾਡਾ ਸਰੀਰ ਹੈ, ਇਹ ਚੇਤ ਹੈ, ਤੇ ਕੀ ਕਰਨਾ ਜੀ? ਫਿਰ ਉਸ ਮਾਲਕ ਦਾ ਸਿਮਰਨ ਕਰਨਾ ਹੈ, ਉਸ ਦੀ ਆਰਾਧਨਾ ਕਰਨੀ ਹੈ। ਅੱਗੇ ਸਾਹਿਬ ਜੀ ਕਹਿੰਦੇ ਨੇ ਹੋਵੇ ਆਨੰਦ ਘਣਾ, ਤੈਨੂੰ ਘਣਾ ਆਨੰਦ ਮਿਲੇਗਾ। ਇਹ ਸ਼ਬਦ ਹੋਵੇ ਇੱਥੇ ਨਹੀਂ ਲਿਖਿਆ ਪੇ ਮਿਲ ਗਿਆ। ਸਾਹਿਬ ਜੀ ਕਹਿੰਦੇ ਨੇ ਹੋਵੇਗਾ, ਤੈਨੂੰ ਆਨੰਦ ਮਿਲੇਗਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਨਾ। ਚੇਤਰ ਦੇ ਮਹੀਨੇ ਵਿੱਚ ਵੀ ਸਤਿਗੁਰੂ ਜੀ ਆਨੰਦ ਦੀ ਗੱਲ ਕਰ ਰਹੇ ਨੇ, ਤੇ ਦੂਸਰੀ ਪੰਕਤੀ ਦੇ ਵਿੱਚ ਸੰਤ ਜਨਾ ਮਿਲ ਪਾਈਐ, ਸੰਤ ਮਹਾਂਪੁਰਖ ਉਹਨਾਂ ਦੀ ਗੱਲ ਕਰ ਰਹੇ ਨੇ, ਸੰਤ ਦੀ ਗੱਲ ਕਰ ਰਹੇ ਨੇ। ਤੇ ਜਿਹੜਾ ਅਖੀਰਲਾ ਮਹੀਨਾ ਫੱਗਣ ਦਾ ਮਹੀਨਾ ਹੈ, ਉਸ ਦੇ ਵਿੱਚ ਵੀ ਸਤਿਗੁਰੂ ਸਾਹਿਬ ਜੀ ਨੇ ਆਨੰਦ ਦੀ ਗੱਲ ਕੀਤੀ। ਫਲਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਤੁਸੀਂ ਧਿਆਨ ਦੇ ਨਾਲ ਚੇਤਰ ਦੇ ਮਹੀਨੇ ਦਾ ਸ਼ਬਦ ਵੀ ਸੁਣ ਲਿਆ, ਉਹ ਵੀ ਪੰਕਤੀਆਂ ਸਰਵਣ ਕਰ ਲਈਆਂ, ਤੇ ਫੱਗਣ ਦੇ ਮਹੀਨੇ ਦੀਆਂ ਪੰਕਤੀਆਂ ਵੀ ਸਰਵਣ ਕਰ ਲਈਆਂ। ਹੁਣ ਸਤਿਗੁਰੂ ਜੀ ਪਹਿਲੇ ਮਹੀਨੇ ਵਿੱਚ, ਚੇਤਰ ਦੇ ਮਹੀਨੇ ਦੇ ਵਿੱਚ ਕਹਿ ਰਹੇ ਨੇ ਹੋਵੇ ਆਨੰਦ ਘਣਾ, ਤੇ ਸਤਿਗੁਰੂ ਜੀ ਫੱਗਣ ਦੇ ਮਹੀਨੇ ਵਿੱਚ ਕਹਿ ਰਹੇ ਨੇ ਫਲਗੁਣ ਆਨੰਦ ਉਪਾਰ ਜਨਾ। ਵੀ ਆਨੰਦ ਪੈਦਾ ਹੋ ਗਿਆ, ਆਨੰਦ ਪ੍ਰਾਪਤ ਹੋ ਗਿਆ, ਆਨੰਦ ਮਿਲ ਗਿਆ। ਕਦੋਂ ਮਿਲਿਆ? ਜਦੋਂ ਉਹ ਮਾਲਕ ਵਾਹਿਗੁਰੂ ਜੀ ਪ੍ਰਗਟ ਹੋ ਗਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਇਹ ਆਨੰਦ ਕੀ ਹੈ ਜੀ? ਆਨੰਦ ਦੀ ਪਰਿਭਾਸ਼ਾ ਕੀ ਹੈ? ਆਨੰਦ ਦੀ ਡੈਫੀਨੇਸ਼ਨ ਕੀ ਹੈ? ਆਨੰਦ ਕਿਸ ਨੂੰ ਆਖਦੇ ਨੇ? ਅਸੀਂ ਨਾ ਜੀ ਕਈ ਵਾਰੀ ਬੜੇ ਛੋਟੇ ਛੋਟੇ ਸ਼ਬਦਾਂ ਦੇ ਨਾਲ ਆਨੰਦ ਨੂੰ ਤਰਜੀਹ ਦੇ ਦਿੰਦੇ ਆ। ਜਿਵੇਂ ਕਿਸੇ ਨੇ ਕੋਈ ਸਵਾਦੀ ਭੋਜਨ ਛਕ ਲਿਆ ਤੇ ਕਹਿੰਦਾ ਆਨੰਦ ਆ ਗਿਆ, ਪਰ ਉਹ ਆਨੰਦ ਥੋੜ੍ਹੀ ਦੇਰ ਦੇ ਬਾਅਦ
ਖਤਮ ਹੋ ਗਿਆ। ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਨੇ ਕੋਈ ਬਹੁਤ ਵਧੀਆ ਕੋਈ ਕਲਾਸੀਕਲ ਮਿਊਜ਼ਿਕ ਸੁਣ ਲਿਆ ਕਹਿ ਲਈਏ, ਤੇ ਕਹਿੰਦੇ ਨੇ ਆਨੰਦ ਆ ਗਿਆ, ਪਰ ਥੋੜ੍ਹੀ ਦੇਰ ਬਾਅਦ ਉਹ ਆਨੰਦ ਚਲਾ ਗਿਆ। ਆਨੰਦ ਦੀ ਪਰਿਭਾਸ਼ਾ ਇਹਨਾਂ ਸ਼ਬਦਾਂ ਦੇ ਨਾਲ ਨਹੀਂ, ਤੇ ਆਨੰਦ ਦੀ ਮੰਜ਼ਿਲ ਉਹ ਮੰਜ਼ਿਲ ਹੈ। ਇਹ ਦੋ ਸ਼ਬਦ ਜਿਹੜੇ ਨੇ ਜੀ, ਇੱਕ ਸੁੱਖ ਤੇ ਇੱਕ ਖੁਸ਼ੀ, ਇਹ ਉਹਨਾਂ ਤੋਂ ਉੱਪਰ ਦਾ ਸ਼ਬਦ ਹੈ ਆਨੰਦ। ਸੁੱਖ ਆਪਾਂ ਦੇਖਦੇ ਹਾਂ ਜੀਵਨ ਦੇ ਵਿੱਚ ਆਉਂਦਾ ਹੈ ਤੇ ਚਲਿਆ ਜਾਂਦਾ ਹੈ। ਕਈ ਵਾਰੀ ਮਨੁੱਖ ਬੜਾ ਸੁਖੀ ਹੁੰਦਾ ਹੈ ਤੇ ਕਈ ਵਾਰੀ ਮਨੁੱਖ ਬੜਾ ਦੁਖੀ ਹੁੰਦਾ ਹੈ। ਉਹ ਜਿਹੜਾ ਸੁੱਖ ਸੀ ਉਹ ਥੋੜ੍ਹੇ ਸਮੇਂ ਦਾ ਸੀ, ਜੀਵਨ ਦੇ ਵਿੱਚ ਆਇਆ ਤੇ ਚਲੇ ਗਿਆ। ਜਿਹੜਾ ਮਨੁੱਖ ਸੁੱਖ ਦੇ ਵਿੱਚ ਸੀ ਉਹਨੂੰ ਅੱਜ ਤੁਸੀਂ ਦੁੱਖ ਦੇ ਵਿੱਚ ਵੀ ਮਹਿਸੂਸ ਕਰੋਗੇ। ਇਸੇ ਤਰ੍ਹਾਂ ਇੱਕ ਸ਼ਬਦ ਹੈ ਖੁਸ਼ੀ। ਖੁਸ਼ੀ ਵੀ ਆਪਾਂ ਦੇਖਦੇ ਹਾਂ ਕਿ ਸਦਾ ਵਾਸਤੇ ਨਹੀਂ। ਕਈ ਵਾਰੀ ਮਨੁੱਖ ਤਾਂ ਇੰਨਾ ਖੁਸ਼ ਹੁੰਦਾ ਹੈ, ਇੰਨਾ ਖੁਸ਼ ਹੁੰਦਾ ਹੈ, ਤੇ ਆਪਾਂ ਦੇਖਦੇ ਹਾਂ ਜਿਹੜਾ ਮਨੁੱਖ ਬੜਾ ਖੁਸ਼ ਹੈ ਉਸ ਦੀ ਖੁਸ਼ੀ ਜਿਹੜੀ ਗਮੀ ਦੇ ਵਿੱਚ ਬਦਲ ਗਈ। ਰੋਂਦਾ ਹੀ ਚੁੱਪ ਨਹੀਂ ਕਰਦਾ, ਰੋਂਦਾ ਹੀ ਚੁੱਪ ਨਹੀਂ ਕਰਦਾ। ਇਹ ਸੁੱਖ ਤੇ ਖੁਸ਼ੀ ਸ਼ਬਦ, ਇਹਨਾਂ ਤੋਂ ਉੱਪਰ ਦੀ ਅਵਸਥਾ ਹੈ ਆਨੰਦ। ਸੁੱਖ ਦਾ ਵਿਰੋਧੀ ਸ਼ਬਦ ਦੁੱਖ ਹੈ, ਖੁਸ਼ੀ ਦਾ ਵਿਰੋਧੀ ਸ਼ਬਦ ਗਮੀ ਹੈ, ਉੱਚੇ ਦਾ ਵਿਰੋਧੀ ਸ਼ਬਦ ਨੀਵਾਂ ਹੈ। ਸਾਧ ਸੰਗਤ ਜੀ, ਠੰਡੇ ਦਾ ਵਿਰੋਧੀ ਸ਼ਬਦ ਤੱਤਾ ਹੈ। ਇਸ ਤਰ੍ਹਾਂ ਵੱਖ-ਵੱਖ ਸ਼ਬਦ ਨੇ ਨਾ ਜੀ, ਪਰ ਆਨੰਦ ਇੱਕ ਐਸਾ ਸ਼ਬਦ ਹੈ ਜਿਸ ਦਾ ਵਿਰੋਧੀ ਸ਼ਬਦ ਕੋਈ ਨਹੀਂ। ਇਸ ਲਈ ਮੇਰੇ ਸਤਿਗੁਰੂ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਸਦਾ ਆਨੰਦ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਬ ਕੱਟੇ, ਗਿਆਨ ਅੰਜਰੋ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸਚੈ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਕਹਿਣ ਨੂੰ ਤਾਂ ਸਾਰੇ ਕਹੀ ਜਾਂਦੇ ਨੇ ਆਨੰਦ ਆ ਗਿਆ, ਆਨੰਦ ਆ ਗਿਆ, ਆਨੰਦ ਮਿਲ ਗਿਆ, ਪਰ ਸਾਹਿਬ ਜੀ ਕਹਿੰਦੇ ਨੇ ਇਹ ਗੁਰੂ ਤੋਂ ਪ੍ਰਾਪਤ ਹੁੰਦਾ। ਤੇ ਇਹ ਆਨੰਦ ਕੈਸਾ ਹੈ? ਇਹ ਜਿਹੜੀ ਬਾਣੀ ਹੈ ਨਾ ਜੀ, ਆਨੰਦ ਸਾਹਿਬ ਜੀ ਦੀ ਬਾਣੀ ਦਾ ਨਾਮ ਹੈ ਰਾਮ ਕਲੀ ਮਹੱਲਾ ਤੀਜਾ ਆਨੰਦ। ਸਦਕੇ ਜਾਈਏ ਸਤਿਗੁਰੂ, ਬਾਣੀ ਦਾ ਨਾਮ ਹੀ ਆਨੰਦ ਰੱਖ ਦਿੱਤਾ। ਸਿੱਖ ਜਗਤ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਬਾਣੀ ਆਨੰਦ ਸਾਹਿਬ ਜੀ ਦੀ ਹੈ। ਜਦੋਂ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਹੈ, ਉਹਦੇ ਵਿੱਚ ਵੀ ਆਨੰਦ ਸਾਹਿਬ ਜੀ ਦੀ ਬਾਣੀ। ਤੇ ਜਦੋਂ ਗੁਰੂ ਦਾ ਸਿੱਖ ਸ਼ਾਮ ਵੇਲੇ 100 ਦਰ ਰਹਿ ਰਸ ਦਾ ਪਾਠ ਕਰਦਾ ਹੈ, ਉਸ ਦੇ ਵਿੱਚ ਵੀ ਆਨੰਦ ਸਾਹਿਬ ਦੀਆਂ 6 ਪੌੜੀਆਂ, ਪਹਿਲੀਆਂ 5 ਪੌੜੀਆਂ ਅਤੇ 1 ਪੌੜੀ। ਇਸ ਦਾ ਦੁੱਖ ਦਾ ਸਮਾਂ ਹੋਵੇ, ਸੁੱਖ ਦਾ ਸਮਾਂ ਹੋਵੇ, ਆਨੰਦ ਸਾਹਿਬ ਪੜ੍ਹ ਕੇ ਹੀ ਸਮਾਪਤੀ ਹੁੰਦੀ ਹੈ। ਬੱਚੇ ਦੀ ਮੌਤ ਹੋਵੇ, ਜਵਾਨ ਦੀ ਹੋਵੇ, ਬਜ਼ੁਰਗ ਦੀ ਹੋਵੇ, ਕਿਸੇ ਰਾਜੇ ਦੀ ਹੋਵੇ, ਕਿਸੇ ਪ੍ਰਜਾ ਦੀ ਹੋਵੇ, ਕਿਸੇ ਆਸਤਕ ਦੀ ਹੋਵੇ, ਨਾਸਤਕ ਦੀ ਹੋਵੇ, ਕੋਈ ਗੁਰਮੁਖ ਹੋਵੇ, ਕੋਈ ਮਨਮੁਖ ਹੋਵੇ, ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਹੁੰਦੀ ਹੈ। ਅਤੇ ਕਲਗੀਧਰ ਪਾਤਸ਼ਾਹ, ਉਹਨਾਂ ਨੇ ਬੜੀ ਸੁੰਦਰ ਤਰਤੀਬ ਦਿੱਤੀ ਸਤਿਗੁਰੂ ਸਾਹਿਬ ਜੀ ਨੇ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਖਾਲਸਾ ਸਾਜਿਆ, ਜਦੋਂ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ, ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਜਿਹੜੀਆਂ 5 ਬਾਣੀਆਂ ਤੇ ਸਭ ਤੋਂ ਅਖੀਰਲੀ ਬਾਣੀ ਆਨੰਦ ਸਾਹਿਬ ਜੀ ਦੀ, ਉਸ ਵੇਲੇ ਵੀ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, ਉਸ ਵੇਲੇ ਵੀ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ।
ਤੇ ਕਿੰਨੀ ਸੁੰਦਰ ਤਰਤੀਬ ਦੇ ਦਿੱਤੀ, ਕਿੰਨੀ ਸੁੰਦਰ ਮਰਿਆਦਾ ਦੇ ਦਿੱਤੀ ਸੀ ਮੇਰੇ ਸਤਿਗੁਰੂ ਸਾਹਿਬ ਜੀ ਨੇ। ਆ ਫੱਗਣ ਦਾ ਮਹੀਨਾ ਨਾ ਜੀ, ਕਿਸ ਤਰ੍ਹਾਂ ਇਸ ਸਰੀਰ ਨੂੰ ਫਲ ਗੁਣ ਇਕੱਤਰ ਕਰਕੇ ਸਤ, ਸੰਤੋਖ, ਦਇਆ, ਧਰਮ ਤੇ ਧੀਰਜ, ਇਹਨਾਂ ਨੂੰ ਇਕੱਠਿਆਂ ਕਰਕੇ ਗੁਣਾਂ ਦਾ ਸੰਗ੍ਰਹਿ ਕਰਕੇ ਗੁਣਾਂ ਦਾ ਫਲ ਮਿਲਣਾ। ਗੁਣ ਇਕੱਠੇ ਹੋਣੇ ਨੇ ਤਾਂ ਫਲ ਮਿਲਣਾ, ਤਾਂ ਫਲ ਗੁਣ ਬਣਨਾ। ਗੁਣਾ ਕਾ ਹੋਵੈ ਵਾਸਲਾ ਕੱਢ ਵਾਸ ਲਈ ਜੈ। ਸਾਹਿਬ ਜੀ ਕਹਿੰਦੇ ਨੇ ਜੇ ਤੂੰ ਗੁਣਾ ਤੂੰ ਸਖਣਾ ਹੈ ਨਾ, ਤੇ ਆਪਣੇ ਇਸ ਸਰੀਰ ਦੇ ਅੰਦਰ ਗੁਣ ਪੈਦਾ ਕਰ। ਤੇ ਸਤਿਗੁਰੂ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਨਿਤਨੇਮ ਦਿੱਤਾ, ਤੇ ਨਿਤਨੇਮ ਦੀਆਂ ਬਾਣੀਆਂ ਜਦੋਂ ਗੁਰੂ ਦਾ ਸਿੱਖ ਨਿਤਨੇਮ ਕਰਦਾ, ਪਹਿਲਾਂ ਜਪਜੀ ਸਾਹਿਬ, ਜਪ ਸਾਹਿਬ, ਫਿਰ ਜਾਪ ਸਾਹਿਬ, ਫਿਰ ਸਵਈਏ, ਫਿਰ ਚੌਪਈ ਸਾਹਿਬ, ਤੇ ਫਿਰ ਅਖੀਰਲੀ ਬਾਣੀ, ਪੰਜਾਂ ਬਾਣੀਆਂ ਦੇ ਵਿੱਚੋਂ ਨਿਤਨੇਮ ਦੀ ਅਖੀਰਲੀ ਬਾਣੀ ਆਨੰਦ ਸਾਹਿਬ ਜੀ ਦੀ ਹੈ। ਤੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਆਨੰਦ ਦੀ ਪ੍ਰਾਪਤੀ ਹੋਈ, ਪਰ ਕਦੋਂ? ਜਦੋਂ ਸਤਿਗੁਰੂ ਨੂੰ ਪਾ ਲਿਆ। ਸਤਿਗੁਰੂ ਸਾਹਿਬ ਜੀ ਦੇ ਕੋਲੋਂ ਆਨੰਦ ਦੀ ਪ੍ਰਾਪਤੀ ਹੋਣੀ ਹੈ। ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਇਹ ਜਿਹੜਾ ਸਾਧ ਸੰਗਤ ਮਹੀਨੇ ਦਾ ਨਾਮ ਸਤਿਗੁਰੂ ਜੀ ਨੇ ਇੱਥੇ ਫੱਗਣ ਨਹੀਂ ਲਿਖਿਆ, ਫਲਗੁਣ ਲਿਖਿਆ। ਇਸ ਨੂੰ ਇੰਝ ਸਮਝ ਲਈਏ, ਜਿਵੇਂ ਆਪਾਂ ਇੱਕ ਬੀਜ ਪਾਉਂਦੇ ਹਾਂ, ਤੇ ਬੀਜ ਤੋਂ ਕੀ ਪੌਦਾ ਪੈਦਾ ਹੁੰਦਾ, ਬਿਰਸ਼ ਬਣਦਾ, ਉਸ ਨੂੰ ਪੱਤੀਆਂ ਲੱਗਦੀਆਂ ਨੇ, ਉਸ ਨੂੰ ਫੁੱਲ ਲੱਗਦੇ ਨੇ, ਤੇ ਫਿਰ ਫੁੱਲ ਤੋਂ ਬਾਅਦ ਵਿੱਚ ਕੀ ਉਸ ਨੂੰ ਫਲ ਲੱਗਦੇ ਨੇ। ਪਾਇਆ ਹੋਇਆ ਬੀਜ ਸਫਲ ਹੋ ਗਿਆ। ਕੀ ਸੀ ਜੀ? ਬੀਜ ਤੋਂ ਲੈ ਕੇ ਫਲ ਤੱਕ ਦੀ ਪ੍ਰਾਪਤੀ। ਇਵੇਂ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇ ਤੇਰੇ ਅੰਦਰ ਗੁਣ ਹੋਣਗੇ ਤੇ ਗੁਣਾਂ ਦਾ ਫਲ ਤੈਨੂੰ ਪ੍ਰਾਪਤ ਹੋਵੇਗਾ। ਇਸ ਨੂੰ ਕਹੀਏ ਜੀ ਫਲ ਗੁਣ। ਤੇ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਗੁਰਬਾਣੀ ਦੇ ਵਿੱਚ, ਫਰੀਦਾ ਜੇ ਤੂੰ ਅਕਲ ਲਥੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਿਸ ਨੂੰ ਆਮ ਪੰਜਾਬੀ ਦੀ ਕਹਾਵਤ ਵਿੱਚ ਕਹਿ ਦਿੰਦੇ ਨੇ, ਆਪਣੀ ਪੀੜ੍ਹੀ ਦੇ ਹੇਠ ਸੋਠਾ ਫੇਰਨਾ, ਭਾਵ ਕਿ ਆਪਣੇ ਅਵਗੁਣਾਂ ਦੇ ਵੱਲ ਦੇਖਣਾ, ਆਪਣੇ ਵਿਕਾਰਾਂ ਦੇ ਵੱਲ ਵੇਖਣਾ। ਮੇਰੇ ਸਾਹਿਬ ਜੀ ਕਹਿੰਦੇ ਨੇ ਗੁਣ ਇਕੱਠੇ ਕਰ। ਔਗਣ ਤਾਂ ਜਿੰਨੇ ਮਰਜ਼ੀ ਇਕੱਠੇ ਕਰ ਲਓ, ਆਹ ਰੋਡ 'ਤੇ ਤੁਰੇ ਜਾਂਦੇ ਜਿੰਨਾ ਮਰਜ਼ੀ ਗੰਦ ਇਸ ਸਰੀਰ ਦੇ ਵਿੱਚ ਪਾ ਲਓ, ਪਰ ਜਿਹੜੇ ਗੁਣ ਇਕੱਤਰ ਕਰਨੇ ਨੇ ਨਾ ਜੀ, ਗੁਣ ਇਕੱਠੇ ਕਰਨੇ ਨੇ, ਇਹਨਾਂ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਗੁਣ ਇਕੱਤਰ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ ਹੈ, ਕਈ ਵਾਰੀ ਬੜੇ ਪੱਕੇ ਆ ਡਰਾਈਵੇ ਘਰਾਂ ਦੇ ਅੱਗੇ ਬਣਾਈ ਦੀ ਹੈ, ਤੇ ਉਸ ਦੇ ਬਾਵਜੂਦ ਵੀ ਉਸ ਦੇ ਵਿੱਚ ਘਾਹ ਬੂਟੀ ਜਿਹੜੇ ਹੈ ਉਹ ਅਚਨਚੇਤ ਉੱਗ ਪੈਂਦੇ ਨੇ, ਆ ਜਾਂਦੇ ਨੇ। ਪਰ ਜੇ ਕੋਈ ਫੁੱਲ ਉਗਾਉਣੇ ਹੋਣ, ਪਰ ਕੋਈ ਖੂਬਸੂਰਤ ਫਲ ਦੇਣ ਵਾਲਾ ਦਰਖਤ ਉਗਾਉਣਾ ਹੋਵੇ, ਉਹ ਨਹੀਂ ਉੱਗੇਗਾ। ਉਸ ਦੇ ਵਾਸਤੇ ਮਿਹਨਤ ਕਰਨੀ ਪਵੇਗੀ, ਬੀਜ ਪਾਣਾ ਪਵੇਗਾ। ਔਗਣ ਤਾਂ ਜਿੰਨੇ ਮਰਜ਼ੀ ਇਕੱਠੇ ਕਰ ਲਓ, ਤੁਰੇ ਜਾਂਦੇ ਜਿੰਨੇ ਮਰਜ਼ੀ ਕਰ ਲਵੋ, ਪਰ ਗੁਣ ਇਕੱਠੇ ਕਰਨ ਵਾਸਤੇ ਇਹ ਮਿਹਨਤ ਕਰਨੀ ਪਵੇਗੀ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਮੇਰੇ ਸਾਹਿਬ ਜੀ ਨੇ ਪਹਿਲੇ ਮਹੀਨੇ ਦੇ ਵਿੱਚ ਗੱਲ ਕੀਤੀ, ਚੇਤ ਗੋਵਿੰਦ ਅਰਾਧਿਆ ਹੋਵੈ ਆਨੰਦ ਕਨਾ ਹੋਵੈ। ਮਿਲਿਆ ਨਹੀਂ, ਮਿਲੇਗਾ। ਪਰ ਇਹਦੇ ਵਿੱਚ ਸਾਹਿਬ ਜੀ ਕਹਿੰਦੇ ਨੇ ਆਨੰਦ ਪ੍ਰਗਟ ਹੋ ਗਿਆ, ਆਨੰਦ ਪ੍ਰਾਪਤ ਹੋ ਗਿਆ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਪਰ ਕਦੋਂ? ਜਦੋਂ ਹਰੀ ਪ੍ਰਮਾਤਮਾ ਜੀ, ਵਾਹਿਗੁਰੂ ਜੀ ਮੇਰੇ ਹਿਰਦੇ ਰੂਪੀ ਵਿੱਚ, ਹਿਰਦੇ ਦੇ ਵਿੱਚ ਆ ਕੇ ਪ੍ਰਗਟ ਹੋ ਗਏ, ਹਿਰਦੇ ਰੂਪੀ ਘਰ ਵਿੱਚ ਆ ਕੇ ਪ੍ਰਗਟ ਹੋ ਗਏ। ਪ੍ਰਗਟ ਸ਼ਬਦ ਨੂੰ ਥੋੜ੍ਹਾ ਜਿਹਾ ਆਪਾਂ ਸਮਝਣਾ ਜੀ। ਪ੍ਰਗਟ ਸ਼ਬਦ ਜਿਹੜਾ ਹੈ ਇਹ ਥੋੜ੍ਹਾ ਜਿਹਾ ਧਿਆਨ ਮੰਗਦਾ, ਥੋੜ੍ਹੀ ਜਿਹੀ ਗਹਿਰਾਈ ਮੰਗਦਾ ਵੀ ਪ੍ਰਗਟ ਕੀ ਹੈ। ਦੇਖੋ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ
ਕੋਈ ਬਾਹਰੋਂ ਮੱਥਾ ਟੇਕਣ ਦੇ ਵਾਸਤੇ ਆਂਦਾ ਹੈ ਤੇ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਵੀ ਇਹ ਬਾਹਰੋਂ ਆਇਆ ਹੈ, ਇਹ ਮੱਥਾ ਟੇਕਣ ਦੇ ਵਾਸਤੇ ਆਇਆ, ਤੇ ਉਹ ਪਹਿਲਾਂ ਇੱਥੇ ਨਹੀਂ ਸੀ, ਉਹ ਬਾਹਰ ਤੋਂ ਆ ਰਿਹਾ। ਪਰ ਗੁਰੂ ਪਿਆਰਿਓ, ਅੱਜ ਜਿਵੇਂ ਆ ਮਾਈਕ ਹੈ, ਮਾਈਕ ਲੱਗਾ ਹੋਇਆ ਨਾ, ਤੇ ਘੁੱਪ ਹਨੇਰਾ ਹੋਵੇ ਤੇ ਇਹ ਮਾਈਕ ਦਿਖਾਈ ਨਹੀਂ ਦੇਵੇਗਾ, ਨਜ਼ਰ ਨਹੀਂ ਆਵੇਗਾ ਇਹ ਮਾਈਕ। ਤੇ ਇਸ ਮਾਈਕ ਨੂੰ ਜਦੋਂ ਕੋਈ ਬਿਜਲੀ ਦਾ ਸਵਿਚ ਔਨ ਕੀਤਾ, ਜਦੋਂ ਕੋਈ ਬਲਬ ਜਗ ਗਿਆ, ਜਦੋਂ ਕੋਈ ਟਿਊਬ ਜਲ ਗਈ, ਤੇ ਇਹ ਮਾਈਕ ਜਿਹੜਾ ਸੀ ਸਾਨੂੰ ਦਿਖਾਈ ਦੇਣ ਲੱਗ ਪਿਆ। ਤੇ ਇਹ ਨਹੀਂ ਕਹਿ ਸਕਦੇ ਮਾਈਕ ਬਾਹਰੋਂ ਆਇਆ ਹੈ, ਮਾਈਕ ਪਹਿਲਾਂ ਹੀ ਇੱਥੇ ਸੀ, ਪਰ ਲੋੜ ਸੀ ਕਿ ਉਸ ਨੂੰ ਕੋਈ ਪ੍ਰਕਾਸ਼ ਚਾਹੀਦਾ ਸੀ, ਤੁਸੀਂ ਲਾਈਟ ਔਨ ਕੀਤੀ ਤੇ ਮਾਈਕ ਤੁਹਾਨੂੰ ਦਿਖਾਈ ਦੇਣ ਲੱਗ ਪਿਆ। ਇਸ ਨੂੰ ਕਹਾਂਗੇ ਪ੍ਰਗਟ ਹੋ ਗਿਆ, ਦਿਖਾਈ ਦੇਣ ਲੱਗ ਪਿਆ। ਜਿਸ ਤਰ੍ਹਾਂ ਗੁਰਬਾਣੀ ਸਾਹਿਬ ਜੀ ਦੀ ਪੋਥੀ ਪਈ ਹੋਵੇ ਤੇ ਘੁੱਪ ਹਨੇਰਾ ਹੋਵੇ ਤੇ ਦਿਖਾਈ ਨਹੀਂ ਦਿੰਦੀ, ਲਾਈਟ ਜਗਾ ਦੇਵੋ ਤੇ ਗੁਰਬਾਣੀ ਦੀ ਪੋਥੀ ਪ੍ਰਗਟ ਹੋ ਜਾਵੇਗੀ, ਤੁਹਾਨੂੰ ਦਿਖਾਈ ਦੇਣ ਲੱਗ ਪਵੇਗੀ। ਇਸੇ ਤਰ੍ਹਾਂ ਪ੍ਰਮਾਤਮਾ ਜੀ ਕਿਧਰੇ ਬਾਹਰ ਨਹੀਂ ਹਨ, ਵਾਹਿਗੁਰੂ ਜੀ ਕਿਤੇ ਬਾਹਰ ਨਹੀਂ, ਉਹ ਹੈਗਾ ਸਾਡੇ ਅੰਦਰ ਹੀ ਹੈ, ਅੰਦਰ ਹੀ ਬੈਠਾ ਹੋਇਆ ਹੈ। ਪਰ ਲੋੜ ਇਸ ਗੱਲ ਦੀ ਹੈ, ਗੁਰ ਕਾ ਸ਼ਬਦ ਅਜਾਰੋ ਦੀਪਾ, ਤੇ ਗੁਰੂ ਦਾ ਸ਼ਬਦ, ਗੁਰੂ ਦਾ ਦੀਪਕ ਅੰਦਰ ਜਲ ਜਾਵੇ ਤੇ ਉਹ ਪ੍ਰਮਾਤਮਾ ਸਾਨੂੰ ਦਿਖਾਈ ਦੇਣ ਲੱਗ ਪਵੇ, ਉਹ ਪ੍ਰਮਾਤਮਾ ਪ੍ਰਗਟ ਹੋਵੇ। ਸਭ ਜੀ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਹੋ ਪੁਕਾਰ। ਘਟ ਘਟ ਦੇ ਵਿੱਚ ਵਸ ਰਿਹਾ ਨਾ, ਜੇ ਉਹ ਪ੍ਰਮਾਤਮਾ ਸਾਡੇ ਅੰਦਰ ਬੈਠਾ ਹੈ ਤੇ ਅਸੀਂ ਬੋਲ ਰਹੇ ਹਾਂ, ਤੇ ਜਦੋਂ ਉਸ ਦੀ ਜੋਤ ਨਿਕਲ ਜਾਂਦੀ ਹੈ ਨਾ ਜੀ, ਦੇਖੋ ਰਸਨਾ ਵੀ ਇਹ ਹੀ ਹੁੰਦੀ ਹੈ, ਹੱਥ ਵੀ ਇਹ ਹੀ ਹੁੰਦੇ ਨੇ, ਅੱਖਾਂ ਵੀ ਇਹ ਹੀ ਹੁੰਦੀਆਂ ਨੇ, ਸਰੀਰ ਵੀ ਇਹ ਹੀ ਹੁੰਦਾ। ਤੇ ਜਦੋਂ ਉਹ ਵਾਹਿਗੁਰੂ ਜੀ ਇਸ ਜੋਤ ਸਾਡੇ ਸਰੀਰ ਤੋਂ ਵੱਖ ਹੋ ਜਾਂਦੇ ਨੇ ਨਾ ਜੀ, ਨਿਕਲ ਜਾਂਦੇ ਨੇ, ਜੋਤ ਨਿਕਲ ਜਾਂਦੀ ਹੈ, ਤੇ ਫਿਰ ਉਹ ਮਨੁੱਖ ਬੋਲ ਨਹੀਂ ਸਕਦਾ। ਇਹ ਪਰਮਾਤਮਾ ਕਰਕੇ ਹੀ ਅਸੀਂ ਬੋਲ ਰਹੇ ਹਾਂ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਅੱਗੇ ਬਚਨ ਜੀ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਕਿਵੇਂ ਮਿਲਾਪ ਹੁੰਦਾ ਹੈ ਜੀ ਵਾਹਿਗੁਰੂ ਜੀ ਦੇ ਨਾਲ, ਪਰਮਾਤਮਾ ਦੇ ਨਾਲ? ਕੋਈ ਉਸ ਦਾ ਪਿਆਰ ਵਾਲਾ ਸੰਤ ਹੋਵੇ, ਰੱਬੀ ਰੰਗ ਦੇ ਵਿੱਚ ਰੰਗਿਆ ਹੋਵੇ। ਸਿੱਖ ਜਗਤ ਦੇ ਬੜੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ, ਉਹਨਾਂ ਨੇ ਇਸ ਦੀ ਵਿਆਖਿਆ ਕਰਦਿਆਂ ਹੋਇਆਂ ਗੁਰਬਾਣੀ ਦੇ ਇਹ ਬਚਨ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸਈ ਸੰਤ। ਤੇ ਮੈਂ ਵਿਚਾਰ ਸੁਣ ਰਿਹਾ ਸਾਂ ਕਿ ਉਹ ਪਰਮਾਤਮਾ ਵੀ ਸੰਤ ਹੈ, ਗੁਰੂ ਵੀ ਸੰਤ ਹੈ। ਹਰ ਕਾ ਮਾਰਗ ਗੁਰ ਸੰਤ ਬਤਾਇਓ। ਤੇ ਸਾਧ ਸੰਗਤ ਕਹਦੇ ਰਾਮ ਕੇ, ਤੇ ਐਸੇ ਕੋਈ ਸੰਤ ਅੱਜ ਲੱਭਦੇ ਨੇ ਜਿਹੜੇ ਕਹਿਣ ਜੀ ਅਸੀਂ ਰਾਮ ਕੇ ਸੰਤ ਹਾਂ। ਅਸੀਂ ਤਾਂ ਕਹਿੰਦੇ ਹਾਂ ਜੀ ਇਹ ਫਲਾਣਾ ਸੰਤ ਹੈ, ਇਹ ਫਲਾਣੀ ਕੰਬਲੀ ਵਾਲਾ ਹੈ, ਇਹ ਫਲਾਣੇ ਡੇਰੇ ਵਾਲਾ ਹੈ, ਇਹ ਫਲਾਣੇ ਡੇਰੇ ਵਾਲਾ ਹੈ, ਅਸੀਂ ਤਾਂ ਫਲਾਣੇ ਸੰਤ ਦੇ ਸੇਵਕ ਹਾਂ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਰਾਮ ਕੇ ਸੰਤ ਨੇ, ਜਿਹੜੇ ਉਸ ਵਾਹਿਗੁਰੂ ਦੇ ਸੰਤ ਬਣ ਗਏ, ਜਿਹੜੇ ਉਸ ਵਾਹਿਗੁਰੂ ਦੇ ਭਗਤ ਬਣ ਗਏ। ਇਹ ਸ਼ਬਦ ਇਕੱਠੇ ਹੀ ਨੇ, ਸੰਤ ਸ਼ਬਦ, ਭਗਤ ਸ਼ਬਦ, ਗੁਰਮੁਖ ਸ਼ਬਦ, ਇਹ ਸਾਰੇ ਬਰਾਬਰਤਾ ਵਾਲੇ ਨੇ। ਤੇ ਜਦੋਂ ਇਸ ਤਰ੍ਹਾਂ ਦੇ ਕੋਈ ਸਾਧ ਸੰਗਤ ਮਹਾਂਪੁਰਖਾਂ ਦੀ ਸੰਗਤ ਮਿਲ ਗਈ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਮਿਲਾਪ ਹੋ ਗਿਆ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ। ਤੇ ਉਹ ਜਿਹੜੀ ਸੇਜਾ ਤਿਆਰ ਕੀਤੀ ਸੀ ਨਾ ਜੀ ਪ੍ਰਭੂ ਕੰਤ ਦੇ ਵਾਸਤੇ, ਕੀਓ ਸ਼ਿੰਗਾਰ ਮਿਲਣ ਕਹਿ ਤਾਈ, ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਵੀ ਮੇਰੇ ਪਰਮਾਤਮਾ ਜੀ ਇੱਥੇ ਬੈਠਣਗੇ, ਇਸ ਹਿਰਦੇ ਰੂਪੀ ਸੇਜਾ ਦੇ ਵਿੱਚ ਬੈਠਣਗੇ। ਹੁਣ ਸਾਰੇ ਸੁੱਖ ਮਿਲ ਗਏ, ਦੁੱਖਾਂ ਨਾਹੀਂ ਜਾਏ, ਦੁੱਖਾਂ ਦੀ ਕੋਈ ਥਾਂ ਨਹੀਂ। ਇਸ਼ ਪੁੰਨੀ ਵੱਡ ਭਾਗਨੀ, ਵਰ ਪਾਇਆ ਹਰ ਰਾਏ। ਉਹ ਵੱਡਿਆਂ ਭਾਗਾਂ ਵਾਲੀ ਹੈ, ਉਸ ਦੀਆਂ ਇੱਛਾ ਪੂਰੀਆਂ ਹੋ ਗਈਆਂ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ। ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਫੱਗਣ ਦੇ ਮਹੀਨੇ ਦਾ ਅੱਗੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਆਓ ਪਿਆਰ ਦੇ ਨਾਲ ਸਰਵਣ ਕਰੋ। ਹਲਤ ਪਲਤ ਸਵਾਰਿਅਨ
ਨਿਚਲ ਦਿੱਤੀ ਨੰਜਾਏ। ਉਹਦਾ ਇਹ ਲੋਕ ਵੀ ਅਤੇ ਪ੍ਰਲੋਕ ਵੀ ਦੋਨੇ ਹੀ ਸਵਰ ਗਏ। ਇੰਜ ਸਮਝ ਲਈਏ ਕਿ ਉਸ ਦਾ ਪੇਕਾ ਘਰ ਵੀ ਸਵਰ ਗਿਆ ਅਤੇ ਉਸ ਦਾ ਸਹੁਰਾ ਘਰ ਵੀ ਸਵਰ ਗਿਆ। ਪਰ ਕਿਹਦਾ ਸਵਰੇਗਾ? ਜਿਹੜੀ ਧੀ ਭੈਣ ਬੱਚੀ ਪੇਕੇ ਘਰ ਦੇ ਵਿੱਚ ਰਹਿ ਕੇ ਗੁਣ ਗ੍ਰਹਿਣ ਕਰਦੀ ਹੈ, ਸਿੱਖਿਆ ਗ੍ਰਹਿਣ ਕਰਦੀ ਹੈ, ਤਲੀਮ ਗ੍ਰਹਿਣ ਕਰਦੀ ਹੈ, ਉਸ ਨੂੰ ਸਹੁਰੇ ਘਰ ਦੇ ਵਿੱਚ ਵੀ ਢੋਈ ਮਿਲਦੀ ਹੈ। ਇਵੇਂ ਹੀ ਮੇਰੇ ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਜਿਹੜੇ ਗੁਣਾਂ ਨੂੰ ਧਾਰਨ ਕਰਦੇ ਨੇ, ਜਿਹੜੇ ਚੰਗਿਆਈਆਂ ਧਾਰਨ ਕਰਦੇ ਨੇ, ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਅਤੇ ਪ੍ਰਲੋਕ ਦੇ ਵਿੱਚ ਵੀ ਨਿਚਲ ਥਾਂ ਮਿਲਦੀ ਹੈ। ਉਹਨਾਂ ਦਾ ਜੀਵਨ ਇੱਥੇ ਵੀ ਅਡੋਲ ਅਤੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ। ਸੰਸਾਰ ਸਾਗਰ ਤੇ ਰੱਖੀਆਂ ਬੋੜ ਨਾ ਜਨਮੈ ਤਹਾਏ। ਸੰਸਾਰ ਸਾਗਰ ਦੇ ਵਿੱਚ ਵੀ ਰੱਖਿਆ ਕੀਤੀ ਅਤੇ ਦੁਬਾਰਾ ਫਿਰ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਪੈਂਦਾ। ਇਸ ਦੌੜ ਦੇ ਵਿੱਚ ਇਸ ਤੋਂ ਉਹ ਮੁਕਤ ਹੋ ਜਾਂਦਾ ਹੈ। ਜਿਹਵਾ ਏਕ ਅਨੇਕ ਗੁਣ, ਇੱਥੇ ਰੁਕਣਾ। ਜਿਹਵਾ ਏਕ, ਸਾਡੀ ਇੱਕ ਜੀਭ ਹੈ ਜੀ, ਇੱਕ ਰਸਨਾ, ਇੱਕ ਜੀਭ ਹੈ, ਅਤੇ ਮਾਲਕ ਵਾਹਿਗੁਰੂ ਤੇਰੇ ਅਨੇਕਾਂ ਗੁਣ ਨੇ। ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾਂ। ਮਾਲਕਾ ਤੇਰੇ ਗੁਣਾਂ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਹਾਂ, ਤੇਰੇ ਨਾਨਕ ਚਰਨੀ ਪਾਏ ਉਹ ਤਰ ਜਾਣਗੇ। ਜਿਹੜੇ ਕਹਿੰਦੇ ਨੇ ਮਾਲਕਾ ਮੈਨੂੰ ਕੁਝ ਨਹੀਂ ਆਉਂਦਾ, ਮੈਨੂੰ ਕੁਝ ਵੀ ਪਤਾ ਨਹੀਂ, ਮੈਂ ਤੇਰੇ ਗੁਣਾਂ ਦਾ, ਤੂੰ ਬੇਅੰਤ ਕੋ ਬਿਰਲਾ ਜਾਣੇ। ਮਾਲਕਾ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਤੁਮਰੀ ਗਤਮਿਤ ਤੁਮ ਹੀ ਜਾਣੇ। ਤੁਹਾਡੀ ਗਤਮਿਤ ਤੇ ਤੁਸੀਂ ਹੀ ਜਾਣ ਸਕਦੇ ਹੋ ਮਹਾਰਾਜ, ਅਸੀਂ ਤੇ ਸਾਰੇ ਗਿਆਨੀ ਹਾਂ। ਗੁਰੂ ਪਿਆਰਿਓ, ਗਿਆਨੀ ਕੇਵਲ ਧੰਨ ਗੁਰੂ ਨਾਨਕ ਸਾਹਿਬ ਹਨ। ਗਿਆਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਹੈ। ਗਿਆਨੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਅਸੀਂ ਤੇ ਸਾਰੇ ਦੋ ਅੱਖਰ ਬੋਲਣੇ ਆ ਜਾਣ ਤੇ ਆਪਣੇ ਆਪ ਨੂੰ ਗਿਆਨੀ ਅਖਵਾਉਣ ਲੱਗ ਪੈਂਦੇ ਹਾਂ। ਨਹੀਂ, ਅਸੀਂ ਸਾਰੇ ਹੀ ਅਗਿਆਨੀ ਹਾਂ। ਗਿਆਨੀ ਸਾਡਾ ਸਤਿਗੁਰੂ ਹੈ। ਗੁਰੂ ਦੇ ਕੋਲੋਂ ਆਪਾਂ ਨੇ ਸਿੱਖਣਾ। ਇਹ ਤਾਂ ਸਤਿਗੁਰੂ ਜੀ ਮਾਨ ਦਿੰਦੇ ਨੇ ਕਿ ਆ ਮੇਰਾ ਬੇਟਾ, ਆ ਮੇਰੀ ਧੀਏ, ਆ ਮੇਰੀ ਬੱਚੀਏ, ਆ ਮੇਰੇ ਵੀਰ, ਆ ਮੇਰੀ ਭੈਣ, ਤੂੰ ਮੇਰੀ ਗੋਦ ਦੇ ਵਿੱਚ ਬੈਠ ਕੇ ਤੂੰ ਮੇਰੀ ਬਾਣੀ ਪੜ੍ਹ, ਗੁਰੂ ਦਾ ਸ਼ਬਦ ਪੜ੍ਹ, ਗੁਰਬਾਣੀ ਦਾ ਪਾਠ ਕਰ, ਗੁਰਬਾਣੀ ਦੀ ਕਥਾ ਕਰ, ਸਾਧ ਸੰਗਤ। ਇਹ ਤਾਂ ਸਤਿਗੁਰੂ ਜੀ ਮਾਨ ਦਿੰਦੇ ਨੇ, ਪਰ ਗਿਆਨੀ ਸਤਿਗੁਰੂ ਆਪ ਹੀ ਹਨ। ਇਸ ਲਈ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ। ਹੁਣ ਇਹ ਨਹੀਂ ਪਏ ਸੰਗਰਾਂਦ ਵਾਲੇ ਦਿਨ ਹੀ ਗੁਰਦੁਆਰੇ ਮੱਥਾ ਟੇਕਣ ਜਾਣਾ, ਇਹ ਨਹੀਂ ਸੰਗਰਾਂਦ ਵਾਲੇ ਦਿਨ ਹੀ ਜਪਜੀ ਸਾਹਿਬ ਪੜ੍ਹਨਾ, ਇਹ ਨਹੀਂ ਸੰਗਰਾਂਦ ਵਾਲੇ ਦਿਨ ਹੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਫਲ ਗੁਣ ਨਿਤ ਸਲਾਹੀਐ। ਨਿਤ ਹੀ ਉਸ ਪਰਮਾਤਮਾ ਨੂੰ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਇਸੇ ਕਰਕੇ ਸ਼ਬਦ ਹੈ ਜੀ ਨਿਤਨੇਮ। ਨਿਤਾ ਪ੍ਰਤੀ ਹਰ ਰੋਜ਼ ਕਰਨ ਵਾਲਾ ਜਿਹੜਾ ਕਰਮ ਹੈ ਉਸ ਨੂੰ ਕਹਿੰਦੇ ਨੇ ਨਿਤਨੇਮ। ਜਿਵੇਂ ਨਿਤਨੇਮ ਦਾ ਗੁਟਕਾ ਹੈ ਨਾ, ਉਹ ਨਿਤਨੇਮ ਦਾ ਗੁਟਕਾ ਰੋਜ਼ ਹੀ ਪ੍ਰਕਾਸ਼ ਕਰਨਾ ਹੈ, ਰੋਜ਼ ਹੀ ਉਸ ਤੋਂ ਨਿਤਨੇਮ ਕਰਨਾ ਹੈ। ਇਹ ਨਹੀਂ ਪਰ ਮਹੀਨਾ ਮਹੀਨਾ ਨਿਤਨੇਮ ਦਾ ਗੁਟਕਾ ਖੋਲ੍ਹਣਾ ਹੀ ਨਹੀਂ। ਨਹੀਂ ਗੁਰੂ ਪਿਆਰਿਓ, ਨਿਤ ਪ੍ਰਕਾਸ਼ ਕਰਨਾ ਹੈ। ਜਿਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ, ਉਸ ਪਰਮਾਤਮਾ ਦੀ ਵਡਿਆਈ ਕਰਨੀ ਹੈ। ਅੱਗੇ ਸ਼ਬਦ ਹੈ ਜੀ ਜੋ ਸਤਿਗੁਰੂ ਜੀ ਨੇ ਇਸ ਬਾਣੀ ਦੇ ਵਿੱਚ ਸੰਪੂਰਨਤਾ ਵਾਲਾ ਸ਼ਬਦ ਲਿਖਿਆ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਵੀ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਨਾਮ ਆਰਾਧਿਆ ਜੀ, ਉਹਨਾਂ ਦੇ ਮਾਲਕ ਵਾਹਿਗੁਰੂ ਨੇ ਆਪ ਕਾਰਜ ਸਵਾਰ ਦਿੱਤੇ। ਇਹਨਾਂ ਬਚਨਾਂ ਨੂੰ ਇੰਝ ਆਪਾਂ ਦੁਹਰਾ ਲਈਏ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨੇ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅਤੇ ਭਗਤ ਧੰਨਾ ਸਾਹਿਬ ਜੀ ਦਾ ਜਦੋਂ ਸ਼ਬਦ ਆਪਾਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ, ਕਰੋ ਕਿਰਪਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮਾਲਕਾ ਲੋਕ ਤਾਂ ਤੇਰੀਆਂ ਆਰਤੀਆਂ ਕਰਦੇ ਨੇ, ਆਰਤੀਆਂ ਉਤਾਰਦੇ ਨੇ, ਪਰ ਮੈਂ ਤੇਰਾ ਆਰਤਾ ਕਰਦਾ, ਆਪਾਂ ਤੇਰੇ ਤੂੰ ਕੁਰਬਾਨ ਕਰਦਾ, ਕਿਉਂਕਿ ਮੈਂ ਸੁਣਿਆ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਕਿ ਉਹਨਾਂ ਦੇ ਕਾਰਜ ਤੂੰ ਆਪ ਸਵਾਰਦਾ। ਅਤੇ ਭਗਤ ਧੰਨਾ ਸਾਹਿਬ ਜੀ ਦਾ ਜ਼ਿਕਰ ਆਉਂਦਾ ਕਿ ਜਦੋਂ
ਪ੍ਰਭੂ ਜੀ ਪ੍ਰਗਟ ਹੋ ਗਏ ਨਾ ਤੇ ਕਹਿਣ ਲੱਗੇ ਵੀ ਧੰਨਿਆ ਦੱਸ ਪੇ ਕੀ ਕੰਮ ਕਰਨਾ। ਕਹਿੰਦੇ ਪਏ ਕੰਮ ਕੀ ਕਰਨਾ, ਮੈਂ ਤੇਰੀ ਭਗਤੀ ਕਰਦਾ ਵਾਂ ਤੇ ਆ ਜਿਹੜੇ ਖੇਤੀ ਮੈਂ ਕਰਦਾ ਪਿਆ, ਜਿਹੜੇ ਬਲਦ ਮੈਂ ਚਾਰਦਾ ਪਿਆ, ਇਹ ਤੂੰ ਕਰ। ਦੇਖੋ ਪ੍ਰਮਾਤਮਾ ਨੂੰ ਵੀ ਕੰਮ ਤੇ ਲਾ ਦਿੱਤਾ। ਇਹ ਪਿਆਰ ਦੀ ਅਵਸਥਾ ਨਾ, ਜਦੋਂ ਪਿਆਰ ਪੈ ਜਾਏ ਨਾ, ਜਦੋਂ ਪ੍ਰਾਪਤੀ ਹੋ ਜਾਏ, ਉਦੋਂ ਸਾਧ ਸੰਗਤ ਜੀ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ, ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਦੀ ਆਰਾਧਨਾ ਕਰ ਲਈ ਜੀ, ਉਹ ਉਸ ਦਰਗਾਹ ਦੇ ਵਿੱਚ ਖਰੇ ਉਤਰਦੇ ਨੇ। ਸਰਬ ਸੁਖਾ ਨਿਧ ਚਰਨ ਹਰ, ਭੌਜਲ ਬਿਖਮ ਤਰੇ। ਸਾਧ ਸੰਗਤ ਜੀ ਸਾਰੇ ਸੁੱਖ ਮਿਲਦੇ ਨੇ, ਸਾਰੇ ਖਜ਼ਾਨੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਤੇ ਉਹਨਾਂ ਦਾ ਸਾਧ ਸੰਗਤ ਜੀ ਪਾਰ ਉਤਾਰਾ ਹੋ ਜਾਂਦਾ ਹੈ। ਪ੍ਰੇਮ ਭਗਤ ਤ੍ਰਿਣ ਪਾਈਆਂ, ਵਿਖਿਆ ਨਾਹੀਂ ਜਰੇ। ਉਹਨਾਂ ਨੇ ਪ੍ਰਭੂ ਪਰਮਾਤਮਾ ਦੀ ਪ੍ਰੇਮ ਰੂਪੀ ਭਗਤੀ ਨੂੰ ਪਾ ਲਿਆ ਤੇ ਹੁਣ ਸਾਧ ਸੰਗਤ ਜੀ ਵਿਸ਼ੇ ਵਿਕਾਰ ਜਿਹੜੇ ਨੇ ਉਹਨਾਂ ਨੂੰ ਪੋ ਨਹੀਂ ਸਕਦੇ, ਉਹਨਾਂ ਦਾ ਨਾਸ਼ ਹੋ ਗਿਆ, ਜਰ ਗਏ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਦੁਬਦਾ ਵੀ ਦੂਰ ਹੋ ਗਈ। ਦੁਬਦਾ ਹੁੰਦੀ ਹੈ ਨਾ ਜੀ ਮਨੁੱਖ ਦਾ, ਦੋ ਚਿੱਤਾ ਮਨ, ਮੈਂ ਕੰਮ ਕਰਾਂ ਜਾਂ ਨਾ ਕਰਾਂ। ਹੁਣ ਕੂੜ ਚਲਾ ਗਿਆ ਜ਼ਿੰਦਗੀ ਦੇ ਵਿੱਚੋਂ ਤੇ ਸੱਚ ਦੇ ਨਾਲ ਜੁੜ ਗਏ। ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਧਰੇ। ਉਸ ਪ੍ਰਭੂ ਪਰਮਾਤਮਾ ਨੂੰ, ਉਸ ਵਾਹਿਗੁਰੂ ਜੀ, ਉਸ ਪ੍ਰਭੂ ਪਰਮਾਤਮਾ ਨੂੰ ਸਾਧ ਸੰਗਤ ਜੀ ਉਹ ਸੇਵਦੇ ਨੇ ਤੇ ਆਪਣੇ ਹਿਰਦੇ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਉਹਨਾਂ ਵਾਸਤੇ ਫਿਰ ਸਾਰੇ ਮਹੀਨੇ, ਸਾਰੇ ਦਿਨ, ਸਾਰੇ ਪਲ, ਸਾਰੇ ਮੁਹੂਰਤ ਭਲੇ ਨੇ। ਸਾਧ ਸੰਗਤ ਕਿਹਨਾਂ ਦੇ ਵਾਸਤੇ? ਜਿਸ ਕੋ ਨਦਰ ਕਰੇ, ਜਿਸ ਤੇ ਉਹ ਪ੍ਰਭੂ ਪਰਮਾਤਮਾ ਜੀ ਵਾਹਿਗੁਰੂ ਜੀ ਆਪਣੀ ਨਦਰ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਬੜੇ ਪਿਆਰੇ ਬਚਨ ਨੇ। ਹੇ ਮਾਲਕ ਵਾਹਿਗੁਰੂ ਜੀ, ਮੈਂ ਤੁਹਾਡੇ ਦਰ ਤੋਂ ਇਹ ਦਾਨ ਮੰਗ ਰਿਹਾ। ਨਾਨਕ ਮੰਗੈ ਦਰਸ ਦਾਨ, ਦਰਸ਼ਨਾਂ ਦਾ ਦਾਨ। ਕਿਰਪਾ ਕਰੋ ਹਰੇ। ਇਹ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਤੇ ਆਪਾਂ ਵੀ ਅਰਦਾਸ ਕਰੀਏ। ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜੀਓ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜੀਓ। ਤੇ ਮਾਲਕਾ ਸਾਡੇ ਤੇ ਵੀ ਐਸੀ ਕਿਰਪਾ ਕਰਦੇ, ਕਿਉਂਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਤੇ ਬਾਬਾ ਰਵਿਦਾਸ ਜੀ ਬਚਨ ਕਰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਆਓ ਇੱਕ ਵਾਰੀ ਫੇਰ ਗੁਰੂ ਦੀ ਬਖਸ਼ਿਸ਼, ਫਲ ਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ। ਇਸ਼ ਪੁੰਨੀ ਵੱਡ ਭਾਗਨੀ, ਵਰ ਪਾਇਆ ਹਰ ਰਾਏ। ਮਿਲ ਸਈਆ ਮੰਗਲ ਗਾਵੀ, ਗੀਤ ਗੋਵਿੰਦ ਅਲਾਏ। ਹਰ ਜੇਹਾ ਅਬਰ ਨ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਹਲਤ ਪਲਤ ਸਵਾਰਿਅਨ, ਨੇਚਲ ਦਿੱਤੀਨ ਜਾਏ। ਸੰਸਾਰ ਸਾਗਰ ਤੇ ਰੱਖੀਆਂ, ਬੋੜ ਨ ਜਨਮੈ ਤਹਾਏ। ਜੇ ਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਸਰਬ ਸੁਖਾ ਨਿਧ ਚਰਨ ਹਾਰ, ਭੌਜਲ ਬਿਖਮ ਤਰੇ। ਪ੍ਰੇਮ ਭਗਤ ਤ੍ਰਿਣ ਪਾਈਆਂ, ਵਿਖਿਆ ਨਾਹੀਂ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਧਰੇ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ।
ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਗੁਰੂ ਕਿਰਪਾ ਕਰੇ। ਇਹ ਫੱਗਣ ਦਾ ਮਹੀਨਾ ਸਾਰੇ ਸੰਸਾਰ ਦੇ ਵਾਸਤੇ ਸੁੱਖਾਂ ਦਾ ਮਹਾਰਾਜ ਜੀ ਲੈ ਕੇ ਆਣ। ਮਹਾਰਾਜ ਅੱਗੇ ਬੇਨਤੀ ਕਰੀਏ, ਮਹਾਰਾਜ ਜੀ ਕਿਰਪਾ ਕਰੋ, ਸਾਡੇ ਔਗਣ ਨਾ ਚਿਤਾਰੋ, ਅਤੇ ਸੰਸਾਰ ਦੇ ਅੰਦਰ ਆ ਜਿਹੜੀ ਕਰੋਨਾ ਵਾਇਰਸ ਦੀ ਬਿਮਾਰੀ, ਇਸ ਦਾ ਨਾਸ਼ ਕਰਕੇ ਮਹਾਰਾਜ ਜੀ ਸੁੱਖਾਂ ਦਾ ਪ੍ਰਕਾਸ਼ ਕਰੋ। ਸਾਰਾ ਸੰਸਾਰ ਡੋਲਿਆ ਪਿਆ ਮਹਾਰਾਜ ਜੀ, ਸਾਰਾ ਸੰਸਾਰ ਪੁਕਾਰ ਕਰ ਰਿਹਾ, ਅਤੇ ਆਪ ਜੀ ਇਹ ਕਿਰਪਾ ਕਰੋ। ਹੋਈਆਂ ਬੇਨਤ ਭੁੱਲਾਂ ਦੀ ਖਿਮਾ ਕਰ ਦੇਣੀ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੀਆਂ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੁ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਨ ਤੇਰਾ ਸਭ ਕਿਛ ਹੈ, ਜੇ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨਾ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਨੋ ਸੰਤੋ, ਸ਼ਬਦ ਧਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਦਿਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖੋ, ਅਤਿਤ ਕਰ ਅਨਹਦ ਵਾਜੇ। ਅਨੰਦ ਸੁਨੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪ ਆਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਹਿ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਰੇ। ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਨੀ, ਕੇ ਨੇੜੇ ਕੈ ਦੂਰ। ਜਿਨੀ ਨਾਮ ਤੇ ਆਇਆ, ਗੇ ਮਸਕਤ ਕਹਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਹਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।